ਤੁਸੀਂ ਬੜਾ ਬਣ ਠਣ ਕੇ ਅੱਛਾ ਇਹਦੀ ਕੀ ਵਜ੍ਹਾ ਹੈਗੀ ਇਹ ਬਣ ਠਣ ਕੇ ਮੁਸ਼ਾਇਰਾ ਬੜਾ ਜੀ ਕਰਦਾ ਲੋਕੀ ਸਾਡੀ ਤਾਰੀਫ ਕਰਨ ਇਸੇ ਕਰਕੇ ਬਣ ਠਣ ਕੇ ਅੱਛਾ ਹੋਣਾ ਤੇ ਇਹ ਚਾਹੀਦਾ ਨਾ ਕਿ ਜਿਹੜੀ ਸ਼ਾਦੀशुदा ਹੈਗੀ ਉਹ ਆਪਣੇ ਖਾਵਨ ਦੇ ਸਾਹਮਣੇ ਬਣ ਠਣ ਕੇ ਬੈਠੇ ਬਾਹਰ ਜਿਵੇਂ ਮੈਲੀ ਚਾਰੀ ਟੋ अस्सलाम वालेकुम नाजरीन तुसी वेख रहे हो डेली टॉप 2 ਤੇ मैं ਤੁਹਾਡਾ ਮੇਜ਼ਬਾਨ आजम तौqeer ਅੱਜ ਅਸੀਂ ਫਿਰ ਆਪਣੀ ਇੱਕ ਪਿਆਰੀ ਜੀ ਸ਼ਾਇਰਾ ਕੋਲ ਹਾਜ਼ਰ ਹੋਏ ਹਾਂ ਜਨਾਬ ਅਲੀ ਉਹਨਾਂ ਦੀ ਸ਼ਾਇਰੀ ਸਾਨੂੰ ਖਿੱਚ ਕੇ ਲੈ ਆਈ ਹੈ ਉਹਨਾਂ ਦੀਆਂ ਗੱਲਾਂ ਸਾਨੂੰ ਖਿੱਚ ਕੇ ਲੈ ਆਈਆਂ ਨੇ ਕਿਉਂਕਿ ਉਹਨਾਂ 'ਚ ਵਫਾ ਹੀ ਇੰਨੀ ਹੈ ਕਿ ਉਹ ਵਫਾ ਜਿਹੜੀ ਹੈ ਉਹਨੇ ਸਾਨੂੰ ਵੀ ਉੱਥੇ ਰਹਿਣ ਦਿੱਤਾ ਬਹਿਣ ਦਿੱਤਾ ਤੇ ਅਸੀਂ ਭੱਜਦੇ ਫਿਰ ਆ ਗਏ ਹਾਂ ਪ੍ਰਵੀਨ ਵਫਾ ਹਾਸ਼ਮੀ ਉਹਨਾਂ ਦੇ ਕੋਲ ਤੇ ਅੱਜ ਅਸੀਂ ਉਹਨਾਂ ਕੋਲੋਂ ਇੱਕ ਮੁਨਫਰਦ ਜੀ ਗੱਲ ਇੱਕ ਵੱਖਰੀ ਜੀ ਗੱਲ ਜਿਹੜੀ ਹੈਗੀ ਨਾ ਉਹ ਪੁੱਛਣਾ ਵੀ ਚਾਹ ਰਹੇ ਹਾਂ ਉਹਨਾਂ ਕੋਲ ਸੁਣਨਾ ਵੀ ਚਾਹ ਰਹੇ ਹਾਂ ਤੇ ਪਹਿਲੀ ਤੁਸੀਂ ਵੀਡੀਓ ਵੇਖੀ ਤੁਸੀਂ ਪਸੰਦ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਵੀ ਤੁਹਾਨੂੰ ਇਨਸ਼ਾਅੱਲਾ ਸਾਡੀਆਂ ਗੱਲਾਂ ਵੀ ਬੜੀਆਂ ਚੰਗੀਆਂ ਲੱਗਣਗੀਆਂ ਖਾਸ ਕਰਕੇ ਪ੍ਰਵੀਨ ਵਫਾ ਹਾਸ਼ਮੀ ਸਾਹਿਬਾ ਜਿਹੜੀਆਂ ਨੇ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸ਼ਾਇਰੀ ਤੁਹਾਨੂੰ ਬੜੀ ਅੱਛੀ ਲੱਗੇਗੀ ਤੋ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਤੁਹਾਡਾ ਵੀ ਜੀ ਬਹੁਤ ਸ਼ੁਕਰੀਆ ਕਿ ਦੂਜੀ ਵਾਰੀ ਅਸੀਂ ਫੇਰ ਆ ਗਏ ਅੱਛਾ ਦੂਜੀ ਵਾਰੀ ਅਸੀਂ ਪਤਾ ਕਿਉਂ ਆ ਗਏ ਆ ਕਿ ਜਿਹੜੀ ਤੁਹਾਡੇ ਇਸ ਰਿਹਾਇਸ਼ ਦੇ ਕਰੀਬ ਪਾਰਕਿੰਗ ਹੈਗੀ ਹੈ ਨਾ ਉਹ ਉਤੋਂ ਦੇ ਥੱਲੇ ਨੂੰ ਆਉਂਦੀ ਹੈ ਉਹ ਗੱਡੀ ਐਵੇਂ ਬਾਹਰ ਵੀ ਖੜੀ ਕਰੀਏ ਤਾਂ ਭੱਜ ਕੇ ਗੱਡੀ ਥੱਲੇ ਨੂੰ ਆ ਜਾਂਦੀ ਮੈਂ ਕਹਿੰਦੀ ਇੱਥੇ ਅਟਰੈਕਸ਼ਨ ਹੀ ਬੜੀ ਤੇ ਇਹ ਹੁਣ ਨਹੀਂ ਪਤਾ ਲੱਗਣਾ ਕਿ ਜਾਂਦੀ ਵਾਰੀ ਸਾਡੇ ਨਾਲ ਕੀ ਬਣਨਾ ਹੈ ਕਿ ਜਾਂਦੀ ਵਾਰੀ ਅਸੀਂ ਨਿਕਲ ਵੀ ਪਾਵਾਂਗੇ ਜਾਂ ਨਹੀਂ ਔਖਾ ਹੀ ਕੰਮ ਹੈ ਨਹੀਂ ਅਟਰੈਕਸ਼ਨ ਤੇ ਹੈ ਅਸੀਂ ਆ ਗਏ ਆ ਤੁਹਾਡੇ ਕੋਲ ਅੱਛਾ ਅੱਜ ਅਸੀਂ ਇੱਕ ਨਵੀਂ ਜੀ ਗੱਲ ਤੁਹਾਡੇ ਕੋਲ ਪੁੱਛਣੀ ਤੁਸੀਂ ਪੰਜਾਬੀ 'ਚ ਵੀ ਸ਼ੇਰ ਕਹਿੰਦੇ ਹੋ ਨਾ ਬਿਲਕੁਲ ਜੀ ਆਖੀ ਮਜ਼ਾਈਆ ਵੀ ਹਾਂਜੀ ਅੱਛਾ ਜੀ ਕਿਵੇਂ ਦੇ ਮਜ਼ਾਈਆ ਸ਼ੇਰ ਕਹਿੰਦੇ ਹੋ ਤੁਸੀਂ ਮਸਲਨ ਮੇਰਾ ਇੱਕ ਹੈਗੇ ਇੱਕ ਪੰਜਾਬੀ ਦੇ ਵਿੱਚ ਲਿਖਿਆ ਹੈ ਕਿ ਹਾਲੀ ਬਦਲੀ ਟੂਨ ਤੇ ਨਹੀਂ ਹਾਂ ਹਾਲੀ ਬਦਲੀ ਟੂਨ ਤੇ ਨਹੀਂ ਹੰਝੂ ਹੀ ਨੇ ਖੂਨ ਤੇ ਨਹੀਂ ਵਾਹ ਮਾੜਾ ਹੀ ਕਾਨੂੰਨ ਮੰਨੇ ਇਹ ਕੋਈ ਕਾਨੂੰਨ ਤੇ ਨਹੀਂ ਇਹ ਕੋਈ ਕਾਨੂੰਨ ਤੇ ਨਹੀਂ ਕੀ ਬਾਤ ਔਰ ਇਹਦਾ ਇੱਕ ਸ਼ੇਰ ਹੈ ਜਿਹਦੇ ਮਤਲਬ ਖਾਸਾ ਉਹਦੇ ਉੱਤੇ ਤਬਸਰੇ ਹੋਏ ਬਹੁਤ ਕੁਝ ਹੋਇਆ ਉਹ ਇਹ ਜਾ ਕੇ ਰੋਜ਼ ਦੇ ਸ਼ੇਰ ਨਹੀਂ ਨਾ ਹੁੰਦੇ ਹਾਂ ਇਹ ਕੁੱਤੀ ਦਾ ਸੂਣ ਤੇ ਨਹੀਂ ਨਾ ਵਾਹ ਇਹ ਕੁੱਤੀ ਦਾ ਸੂਣ ਤੇ ਨਹੀਂ ਬੜੀ ਵੱਡੀ ਗੱਲ ਹੈਗੀ ਔਰ ਤੁਸੀਂ ਮਜ਼ਾਕ ਵਿੱਚ ਹੀ ਬੜੀ ਵੱਡੀ ਗੱਲ ਕਹਿ ਰਹੇ ਹੋ ਲੇਕਿਨ ਅਸੀਂ ਜਿਹੜੀ ਗੱਲ ਮੈਂ ਅੱਜ ਤੁਹਾਡੇ ਕੋਲੋਂ ਪੁੱਛਣਾ ਚਾਹ ਰਿਹਾ ਨਾ ਖਾਸ ਕਰਕੇ ਕੁੜੀਆਂ ਨਾਲ ਇੱਕ ਅਮੂਮਨ ਮਸਲਾ ਹੁੰਦਾ ਹੈ ਸ਼ਾਇਰਾਤ ਕੁੜੀਆਂ ਜਿਹੜੀਆਂ ਹੈਗੀਆਂ ਨੇ ਕਿ ਉਹ ਜਦੋਂ ਵਿਚਾਰੀਆਂ ਮੁਸ਼ਾਇਰਿਆਂ ਦੇ ਵਿੱਚ ਜਾਂਦੀਆਂ ਨੇ ਜ਼ਾਹਿਰ ਇੱਕ ਤੇ ਪ੍ਰੋਬਲਮ ਤੁਹਾਨੂੰ ਕੁੜੀਆਂ ਨੇ ਇਹ ਵੀ ਹੈ ਤੁਸੀਂ ਬੜਾ ਬਣ ਠਣ ਕੇ ਅੱਛਾ ਇਹਦੀ ਕੀ ਵਜ੍ਹਾ ਹੈਗੀ ਇਹ ਬਣ ਠਣ ਕੇ ਮੁਸ਼ਾਇਰਾ ਬੜਾ ਜੀ ਕਰਦਾ ਲੋਕੀ ਸਾਡੀ ਤਾਰੀਫ ਕਰਨ ਇਸੇ ਕਰਕੇ ਬਣ ਠਣ ਕੇ ਅੱਛਾ ਹੋਣਾ ਤੇ ਇਹ ਚਾਹੀਦਾ ਨਾ ਕਿ ਜਿਹੜੀ ਸ਼ਾਦੀशुदा ਹੈਗੀ ਉਹ ਆਪਣੇ ਖਾਵਨ ਦੇ ਸਾਹਮਣੇ ਬਣ ਠਣ ਕੇ ਬੈਠੇ ਬਾਹਰ ਜਿਵੇਂ ਮੈਲੀ ਚਾਰੀ ਟੁਰ ਜਾਏ ਲੇਕਿਨ ਅਮੂਮਨ ਇਹ ਵੇਖਿਆ ਗਿਆ ਕਿ ਬਾਹਰ ਬੜਾ ਬਣ ਠਣ ਕੇ ਅੱਛਾ ਇਹਦੀ ਕੀ ਵਜ੍ਹਾ ਹੈਗੀ ਨਹੀਂ ਜੀ ਮੈਂ ਤੇ ਘਰ ਵੀ ਬਣ ਠਣ ਕੇ ਰਹਿੰਦੀ ਹਾਂ ਮੇਰੀ ਇੱਕ ਫਰੈਂਡ ਇੱਕ ਦਿਨ ਅਚਾਨਕ ਆ ਗਈ ਤੇ ਮੈਂ ਬੜਾ ਮੇਕਅਪ ਕਰਕੇ ਨਮਾਜ਼ ਪੜ੍ਹਦੀ ਪਈ ਸੀ ਅੱਛਾ ਤੇ ਮੈਨੂੰ ਕਹਿੰਦੀ ਹੈ वो घर का ना मेरा नाम है चंदा कि चंदा ये क्या बात हुई तुम मेकअप करके नमाज पढ़ रही हो मैं कि यार जदों दूजे लोगों ਦੇ ਸਾਹਮਣੇ ਮੈਂ ਇਹਨਾਂ ਦੀ ਗੱਲ ਕੱਟ ਕੇ ਗੱਲ ਕਰਨ ਲੱਗਾ ਕਿ ਪਿਛਲਾ ਇੰਟਰਵਿਊ ਜਿਹੜਾ ਇਹਨਾਂ ਦਾ ਕੀਤਾ ਸੀ ਉਹ ਮੈਂ ਉਰਦੂ ਵਿੱਚ ਕੀਤਾ ਸੀ ਉਦੋਂ ਇਹ ਪੰਜਾਬੀ ਬੋਲ ਰਹੇ ਸਨ ਹੁਣ ਮੈਂ ਪੰਜਾਬੀ 'ਚ ਇਹਨਾਂ ਦਾ ਪ੍ਰੋਗਰਾਮ ਕਰ ਰਿਹਾ ਵਾਂ ਤੇ ਹੁਣ ਇਹ ਉਰਦੂ ਬੋਲ ਰਿਹਾ ਇਹ ਵੀ ਇੱਕ ਲਤੀਫਾ ਹੀ ਹੋ ਗਿਆ ਜੀ ਅੱਛਾ ਉਹਨਾਂ ਕਿਹਾ ਕਿ ਤੁਸੀਂ ਨਮਾਜ਼ ਜਿਹੜੀ ਮੇਕਅਪ ਕਰਕੇ ਮੈਂ ਬਕਾਇਦਾ ਪਰਫਿਊਮ ਲਗਾ ਕੇ ਮੇਕਅਪ ਕਰਕੇ ਨਮਾਜ਼ ਪੜ੍ਹੀ ਪਤਾ ਨਹੀਂ ਮੇਰਾ ਦਿਲ ਕਰਦਾ ਮੈਂ ਕਹਿੰਦੀ ਸੀ ਆਮ ਲੋਕ ਜਿਹੜੇ ਨੇ ਉਹਨਾਂ ਦੇ ਸਾਹਮਣੇ ਏਡਾ ਸੰਵਰ ਕੇ ਜਾਈਦਾ ਅੱਲਾ ਦੇ ਸਾਹਮਣੇ ਕਿ ਹਾਂ ਬਿਲਕੁਲ ਔਰ ਮੇਰਾ ਕੁਛ ਆਈਡੀਆ ਤੇ ਮੈਂ ਉਹਦੇ ਉੱਤੇ ਕਰਦੀ ਰਹਿੰਦੀ ਅਮਲ ਮੈਂ ਹਮੇਸ਼ਾ ਹੀ ਇੰਜੀ ਅਗਰ ਇਬਾਦਤ ਵੀ ਕਰਦੀ ਹਾਂ ਤੇ ਇੰਜੀ ਕਰਦੀ ਬਸ ਇਸੇ ਵਾਸਤੇ ਵਿਚਾਰੇ ਸ਼ੌਹਰ ਜਿਹੜੇ ਨੇ ਉਹ ਕਲਪ ਕੇ ਮਰ ਗਏ ਨੇ ਜਿੰਨਾ ਵੀ ਕਮਾਨੇ ਉਹ ਸਾਰਾ ਘਰ ਆ ਕੇ ਉੱਡ ਜਾਂਦਾ ਇਹ ਹੁਣ ਗੱਲ ਸਮਝੇ ਚਾਹੀਏ ਭਾਈਜਾਨ ਇਹ ਜ਼ਰੂਰੀ ਨਹੀਂ ਕਿ ਖਵਾਤੀਨ ਬਾਹਰ ਬਾਜ਼ਾਰ ਜਾ ਕੇ ਮੇਕਅਪ ਕਰਨ ਇਹ ਭਾਈਜਾਨ ਜਦੋਂ ਘਰ ਹੁੰਦੀਆਂ ਨੇ ਵਿਹਲੀਆਂ ਟੀਵੀ ਵੇਖਦੀਆਂ ਰਹਿੰਦੀਆਂ ਨੇ ਤੇ ਤਜਰਬੇ ਕਰਦੇ ਰਹਿੰਦੇ ਨੇ ਕਿ ਹੁਣ ਮੈਂ ਕਿਹੜੀ ਕਰੀਮ ਲਾਵਾਂ ਕਿਹੜਾ ਪਾਊਡਰ ਲਾਵਾਂ ਕਿਹੜਾ ਪਰਫਿਊਮ ਲਾਵਾਂ ਤੇ ਮੈਂ ਬਿਲਕੁਲ ਪਰਫੈਕਟ ਬਿਲਕੁਲ ਮਾਧੂਰੀ ਦਿਕਸ਼ਤ ਨਜ਼ਰ ਆਵਾਂ ਇਸ ਚੱਕਰ 'ਚ ਵੀ ਜਨਾਬ ਲਈ ਸਾਰਾ ਕੁਝ ਖਾ ਪੀ ਜਾਂਦੀਆਂ ਨੇ ਅੱਛਾ ਜਨਾਬ ਪ੍ਰਵੀਨ ਸਾਹਿਬਾ ਤੁਸੀਂ ਮੁਸ਼ਾਇਰਿਆਂ ਜਾਂਦੇ ਹੋ ਉੱਥੇ ਕਦੀ ਕੋਈ ਬਾਬਾ ਚੰਬੜ ਗਿਆ ਹੋਵੇ ਤੁਹਾਨੂੰ ਹਾਏ ਹਾਏ ਜਦੋਂ ਮੈਂ ਨਵੀਂ ਆਈ ਨਾ ਮੁਸ਼ਾਇਰਿਆਂ ਦੇ ਬੜੇ ਲੋਕਾਂ ਮਿਲਦੇ ਅੱਛਾ ਉਦੋਂ ਮੈਨੂੰ ਕਿਉਂ ਨਾ ਮਿਲੇ ਉਦੋਂ ਮੈਂ ਤੁਹਾਨੂੰ ਮਿਲੀ ਕੋਈ ਨਹੀਂ ਪਤਾ ਨਹੀਂ ਤੁਸੀਂ ਕਿੱਥੇ ਗਏ ਅੱਛਾ ਮੈਂ ਕਿਧਰੇ ਬਾਹਰ ਨਿਕਲਿਆ ਹੁਣ ਅੱਛਾ ਠੀਕ ਹੈ ਅੱਛਾ ਕੋਈ ਬਾਬਾ ਚੰਬੜਿਆ ਤੁਹਾਨੂੰ ਬੜੇ ਬਾਬੇ ਉਹ ਇੱਕ ਬਾਬਾ ਕੋਈ ਹੋਰ ਕੁਝ ਕਵੇ ਸਾਡੇ ਕੋਲ ਆ ਕੇ ਬੈਠੋ ਮੈਂ ਕਿ ਨਹੀਂ ਜੀ ਮੈਂ ਜਿੱਥੇ ਬੈਠੀ ਹਾਂ ਇੱਥੇ ਠੀਕ ਆ ਅੱਛਾ ਤੇ ਮੈਂ ਉਸ ਤੋਂ ਬਾਅਦ ਜਨਾਬ ਕਦੀ ਮੈਂ ਆਪਣਾ ਫੋਨ ਨੰਬਰ ਗਲਤੀ ਨਾਲ ਦੇ ਬੈਠੀ ਅੱਛਾ ਉਸ ਤੋਂ ਬਾਅਦ ਬਾਬਿਆਂ ਨੇ ਕਾਲਾਂ ਕਰ ਕਰਕੇ ਮੇਰਾ ਤੇ ਦਿਮਾਗ ਹੀ ਖਾ ਲਿਆ ਕਾਲਾਂ ਹੀ ਕਰਦੇ ਜਾਂ ਕੋਈ ਆਊਟ ਆਫ ਟਾਂਗ ਮੈਸੇਜ ਵੀ ਕਰਦੇ ਸਨ ਹਾਏ ਹਾਏ ਕੁਛ ਨਾ ਪੁੱਛ ਅੱਛਾ ਕੁਛ ਨਾ ਪੁੱਛ ਇਹ ਗੱਲ ਦੱਸਣਾ ਮੈਂ ਪੜ ਮੈਸੇਜ ਦੇ ਰਹੇ ਵੈਸੇ ਅੱਛਾ ਮੈਂ ਤੇ ਨਾ ਵੀ ਪੁੱਛਾਂ ਨਾ ਜਿਹੜੇ ਸਾਡੇ ਸੁਣਨ ਵਾਲੇ ਨੇ ਨਾਜ਼ਰੀਨ ਜਿਹੜੇ ਸਾਡੇ ਨੇ ਜਿਹੜੇ ਸਾਨੂੰ ਵੇਖ ਰਹੇ ਨੇ ਸਾਨੂੰ ਸੁਣ ਰਹੇ ਨੇ ਉਹ ਯਕੀਨਨ ਚਾਹ ਰਹੇ ਹੋਣਗੇ ਕਿ ਕੋਈ ਇੰਜ ਦੀ ਗੱਲ ਸੁਣਾ ਦਿੱਤੀ ਜਾਵੇ ਜਿਹੜੀ ਕਿਸੇ ਬਾਬੇ ਵੱਲੋਂ ਆਈ ਸੀ ਕੋਈ ਇੰਜ ਦਾ ਵਾਕਿਆ ਹੈ ਬਿਲਕੁਲ ਜੀ ਇੰਜੀ ਬਸ ਇੱਕ ਦਿਨ ਬਾਬਿਆਂ ਕੋਲੋਂ ਬੜੀ ਤੰਗ ਆਈ ਮੁਖਤਲਿਫ ਸ਼ਾਇਰਾਂ ਕੋਲੋਂ ਬਾਬਿਆਂ ਕੋਲੋਂ ਤੇ ਛੱਡੋ ਤੁਸੀਂ ਉਹਨਾਂ ਨੂੰ ਸਪੈਸ਼ਲ ਨਹੀਂ ਕਹਿਣਾ ਹੈਗਾ ਅੱਛਾ ਜ਼ਰੂਰੀ ਨਹੀਂ ਸ਼ਾਇਰ ਨੌਜਵਾਨ ਵੀ ਬਾਬੇ ਹੀ ਹੁੰਦੇ ਨੇ ਜੀ ਨਹੀਂ ਜੀ ਸ਼ਾਇਰੀ ਹੁੰਦੀ ਤਾਂ ਜਦੋਂ ਬਾਬਾ ਹੋ ਜਾਂਦਾ
ਅੱਜ ਕੁਝ ਠਰਕੀ ਬਾਬੇ ਹੁੰਦੇ ਨੇ ਨਾ, ਠਰਕੀ ਬਾਬੇ। ਸਮਝਿਆ ਕਰੋ ਅੱਛਾ, ਗੱਲ ਨੂੰ। ਮੇਰਾ ਤਾਂ ਖਿਆਲ ਇਹ ਵੇ ਕਿ ਹਰ ਸ਼ਾਇਰ ਹੀ ਠਰਕੀ ਹੁੰਦਾ ਹੈ। ਸਿੱਧੀ ਜੀ ਗੱਲ ਹੈ, ਕੋਈ ਮੰਨੇ ਜਾਂ ਨਾ ਮੰਨੇ, ਠਰਕ ਦਾ ਮਤਲਬ ਇਹ ਵੇ ਕਿ ਹੁਸਨ ਪ੍ਰਸਤ ਹੋਣਾ। ਜਦੋਂ ਹੁਸਨ ਪ੍ਰਸਤ, ਮੇਰਾ ਖਿਆਲ ਹੈ ਹਰ ਸ਼ਾਇਰ ਹੀ ਹੁੰਦਾ ਵੇ। ਹੋਰੇ ਤੁਹਾਡਾ ਖਿਆਲ ਠੀਕ ਹੀ ਹੋਵੇ, ਲੇਕਿਨ ਨਹੀਂ, ਇਸ ਵਾਸਤੇ ਕਿ ਮੈਂ ਖੁਦ ਸ਼ਾਇਰ ਹਾਂ, ਮੈਨੂੰ ਪਤਾ ਹੈ। ਅੱਛਾ, ਮੈਂ ਤੇ ਕਿਸੇ ਕੁੜੀ ਜਾਂਦੀ ਪਈ ਨੂੰ ਉਹਦੀ ਗੱਡੀ ਵੇਖ ਕੇ ਵੀ ਮੈਂ ਕਹਿਣਾ ਸੁਭਾਨ ਅੱਲਾਹ ਜਨਾਬ, ਕਿਆ ਗੱਡੀ ਜਾ ਰਹੀ ਹੈ, ਹਾਲਾਂਕਿ ਕੁੜੀ ਦੀ ਗੱਲ ਹੋ ਰਹੀ ਹੁੰਦੀ ਹੈ। ਬਹਰਹਾਲ, ਤੇ ਤੁਸੀਂ ਹੁਣ ਸਾਨੂੰ ਕੀ ਸੁਣਾ ਰਹੇ ਹੋ ਜਨਾਬ? ਕੋਈ ਮਜ਼ਾਹੀਆ, ਕੋਈ ਬਾਬਿਆਂ ਦੇ ਹਵਾਲੇ ਨਾਲ ਕੋਈ ਸ਼ਾਇਰੀ ਹੈ ਤੁਹਾਡੇ ਜੀ? ਹਾਂ, ਕੁਝ ਸ਼ਾਇਰ ਹਜ਼ਰਾਤ ਨੇ ਜਦੋਂ ਮੈਨੂੰ ਤੰਗ ਕੀਤਾ ਤੇ ਮੈਂ ਬੜੀ ਆਪਣੇ ਆਪ ਨੂੰ ਫੀਲ ਕਰ ਰਹੀ ਸੀ। ਮੈਂ ਕਿਹਾ ਹਾਏ ਹੈ, ਇਹ ਕੀ ਹੋਣ ਲੱਗ ਪਿਆ। ਹਾਲਾਂਕਿ ਤੁਹਾਨੂੰ ਫਖਰ ਕਰਨਾ ਚਾਹੀਦਾ ਸੀ ਕਿ ਕੋਈ ਬੰਦਾ ਮੈਨੂੰ ਵੇਖਦਾ ਤੇ ਹੈ। ਤੇ ਕਿਸ ਤਰ੍ਹਾਂ ਮੈਂ ਫਖਰ ਕਰਦੀ, ਘਰ ਮੈਂ ਆ ਕੇ ਚਿੱਤਰ ਗਾਣੇ ਸਨ। ਅੱਛਾ, ਠੀਕ ਹੋ ਗਿਆ। ਨਹੀਂ, ਦਿਲ 'ਚ ਕਰਨਾ ਸੀ, ਲੋਕਾਂ ਨੂੰ ਨਹੀਂ ਸੀ ਦੱਸਣਾ ਮੈਨੂੰ ਬੜਾ ਫਖਰ ਹੈ, ਦਿਲ 'ਚ ਹੀ ਕਰਨਾ ਸੀ ਨਾ। ਦਿਲ ਵਿੱਚ ਵੀ ਨਹੀਂ ਮੇਰੇ ਕੋਲ ਹੋ ਰਿਹਾ, ਮੈਂ ਜਿਵੇਂ ਉੱਤੋਂ ਆ ਉਂਝ ਹੀ ਅੰਦਰੋਂ। ਇੱਕ ਤੁਹਾਡੀ ਬਾਬਿਆਂ ਦੇ ਉੱਤੇ, ਠਰਕੀ ਬਾਬਿਆਂ ਉੱਤੇ ਨਜ਼ਮ ਹੀ ਹੈ ਵੇ। ਹਾਂ ਜੀ, ਬਿਲਕੁਲ। ਪਹਿਲੇ ਕਿਸੇ ਮੌਕੇ ਤੇ ਮੈਂ ਸੁਣੀ ਸੀ, ਮੈਂ ਚਾਹਾਂਗਾ ਕਿ ਉਹ ਨਾਜ਼ਰੀਨ ਨਾਲ ਵੀ ਸ਼ੇਅਰ ਕੀਤੀ ਜਾਵੇ। ਜੀ ਜ਼ਰੂਰ ਜੀ, ਇਰਸ਼ਾਦ। ये बाबों के लिए है, अच्छा, शायरों के लिए है। शायर बाबों के लिए और ठरकियों के लिए। ठरकी बाबे जी, ठीक है, सुना दो। ਲਓ ਜੀ, ਠਰਕੀ ਬਾਬਿਓ, ਯਕੀਨਨ ਤੁਸੀਂ ਵੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੇਖੋਗੇ ਤੇ ਇਹ ਹੁਣ ਤੁਹਾਨੂੰ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਨਾ, ਠਰਕੀ ਬਾਬੇ, ਇਸ ਗੱਲ ਤੇ ਪੱਕੇ ਰਹਿਣਾ, ਠੀਕ ਹੈ, ਪਿੱਛੇ ਨਹੀਂ ਹਟਣਾ। ਹੁਣ ਤੁਹਾਡਾ ਠਰਕ ਹੋਰ ਮਜ਼ਬੂਤ ਹੋ ਜਾਣਾ ਚਾਹੀਦਾ, ਇਹ ਸਿੱਕਾ ਬੰਦ ਗੱਲ ਹੋ ਜਾਣੀ ਚਾਹੀਦੀ ਹੈ। ਜੀ मोहतरमा जी। आप हैं इश्क में अगर बीमार, आप हैं इश्क में अगर बीमार, इसके हम तो नहीं ना जिम्मेदार। हाँ, क्या बात, क्या बात। आप हैं इश्क में अगर बीमार, यकीनन इसके हम तो नहीं ना जिम्मेदार। हालांकि जिम्मेदार कुड़ियां ही होंदियां ने। जी, झूठ बोल रहे हो। अच्छा, चलो ठीक है, अगला शेर सुना दो। जो मेरे दिल के हैं बहुत ही करीब, जो मेरे दिल के हैं बहुत ही करीब, उनमें हरगिज नहीं है तेरा शुमार। अच्छा, ओहो, ए मैनू कह रहे हो? नहीं, बाबे नू। अच्छा, वो बाबे नू कह गया, मैं अजे यंग है, मैं बाबा नहीं अजे होया। जी। जो मेरे दिल के हैं बहुत ही करीब, ठीक है, उनमें हरगिज नहीं है तेरा शुमार। जिंदगी जिससे तेरी हो बोझल, हाँ, अपने सर से तू ऐसा बोझ उतार। अच्छा, सबकी नजरों में तेरी इज्जत हो, सबकी नजरों में तेरी इज्जत हो। हाँ जी, बिल्कुल। ऐ सोचो जरा। अच्छा, ਇਹਦਾ ਮਤਲਬ ਹੈ ਜਿਹੜੇ ਵਿਚਾਰੇ ਇਸ਼ਕ ਕਰਦੇ ਨੇ, ਕਿਸੇ ਦੇ ਮਰਦੇ ਨੇ, ਉਹਨਾਂ ਦੀ ਕੋਈ ਇੱਜ਼ਤ ਨਹੀਂ। ਨਾ, ਠਰਕੀਆਂ ਦੀ ਕਿੱਥੋਂ ਇੱਜ਼ਤ ਹੋਣੀ, ਪਤਾ ਨਹੀਂ ਲੱਗਦਾ। ਖੁਦਾਇਆ ਅੱਲਾਹ, ਠਰਕੀਓ ਭਾਈ, ਬਾਲ ਲਿਓ ਬਿਸਤਰੇ ਤੇ ਚਲੇ ਜਾਓ ਸਿੱਧੇ ਕਿਸੇ ਪਾਸੇ ਰਾਈਵਲ ਨੂੰ। ਅੱਛਾ ਜੀ। ਔਖਾ ਕੰਮ ਹੈ ਨਾ, ਪਤਾ ਜਦੋਂ ਲੱਗੇ ਬਾਬੇ ਨੇ ਉੱਥੇ ਵੀ ਠਰਕ ਚਾੜਿਆ ਤੇ ਇੱਥੇ ਵੀ ਕਰਦਾ ਪਿਆ, ਫਿਰ ਕੌਣ ਉਹਨੂੰ ਇੱਜ਼ਤ ਦੇਗਾ? ਹਾਂ, ਸਿੱਧੀ ਜੀ ਗੱਲ ਹੈ ਜੀ। ਔਖਾ ਕੰਮ ਹੈ ਜੀ। सबकी नजरों में तेरी इज्जत हो, ये मैंने उनको कहा है। ठीक है, ठीक है। सबकी नजरों में तेरी इज्जत हो, रोज व शब अपने इस तरह से गुजार। ठीक है। और देखना आप संभल जाएंगे। अच्छा, उन्हीं के लिए पैगाम है कि देखना आप संभल जाएंगे। अच्छा, जब उतर जाएगा वफा का बुखार। अच्छा, ये हुण वफा का बुखार जड़ा है, बड़ा ज़ूमानी जिहा इस्तेमाल किया है मोहतरमा परवीन वफा हाशमी ने। वफा का बुखार के पता नहीं हुण मेरा बुखार या जिहड़ी वफा कर रहे हैं उहदा बुखार जिहड़ा है वो उतर जाएगा। बहरहाल जनाब, बहुत अच्छा लग्या अज पंजाबी विच गलबात करके, उन्हां दी शायरी सुन के, ते ये यकीनन एक तनबीह भी है ਸਾਰੇ ਬਾਬਿਆਂ ਨੂੰ ਔਰ ਬਾਬਿਆਂ ਤੋਂ ਹਟ ਕੇ ਵੀ ਜਿਹੜੇ ਯੰਗ ਨੇ ਉਹਨਾਂ ਨੂੰ ਵੀ, ਕਿ ਜਦੋਂ ਪ੍ਰਵੀਨ ਵਫਾ ਕਹਿੰਦੀਆਂ ਨੇ ਕਿ ਜਦੋਂ ਤੁਸੀਂ ਇਸ਼ਕ ਕਰਦੇ ਹੋ ਤੁਹਾਡਾ ਕੋਈ ਵਕਾਰ ਨਹੀਂ ਰਹਿ ਜਾਂਦਾ। ਹਾਲਾਂਕਿ ਮੇਰਾ ਖਿਆਲ ਹੈ ਇਸ਼ਕ ਕਰਨਾ ਚਾਹੀਦਾ ਹੈ, ਇਸ਼ਕ ਕਰੋ, ਵਕਾਰ ਬਣਾਓ, ਲੇਕਿਨ ਇਸ਼ਕ ਕਿਹਦੇ ਨਾਲ ਕਰੋ ਨਾ, ਤੁਸੀਂ 70 ਬਾਜ਼ੀ ਲੱਤਾਂ ਬਸਾ। ਅੱਛਾ, ਮੈਂ ਤਾਂ ਕਹਿੰਦਾ ਵੀ ਇਸ਼ਕ ਦੀ ਕੋਈ ਹੱਦ ਨਹੀਂ ਹੁੰਦੀ, ਜਿੱਥੇ ਕੋਈ ਬਸ ਜਿੱਥੇ ਕੋਈ ਫਸ ਜਾਏ। ਸਾਡੇ ਮਰਦਾਂ ਦਾ ਬੜਾ ਹੀ ਔਖਾ ਕੰਮ, ਇਹ ਔਖਾ ਹੀ ਕੰਮ ਹੈ। ਮਰਦ ਵਿਚਾਰੇ ਸੋਚ ਕੇ ਘਰੋਂ ਨਿਕਲਦੇ ਨੇ ਕਿ ਕੋਈ ਤੇ ਲੱਭ ਹੀ ਜਾਏਗਾ ਨਾ। ਲਓ ਜਨਾਬ ਅਲੀ, ਪਿਛਲੀ ਵੀਡੀਓ ਵਾਂਗੂ ਯਕੀਨਨ ਤੁਹਾਨੂੰ ਇਹ ਵੀ ਸਾਡੀ ਵੀਡੀਓ ਪਸੰਦ ਆਏਗੀ, ਔਰ ਇਹਦੀ ਸ਼ਾਇਰੀ ਵੀ ਪਸੰਦ ਆਏਗੀ, ਗਪਸ਼ਪ ਵੀ ਪਸੰਦ ਆਏਗੀ। ਸਾਨੂੰ ਫੀਡਬੈਕ ਜ਼ਰੂਰ ਦਿਆ ਜੇ ਔਰ ਸਾਨੂੰ ਤੁਹਾਡੇ ਫੀਡਬੈਕ ਦਾ ਇੰਤਜ਼ਾਰ ਰਹੇਗਾ। ਜਦੋਂ ਸਾਨੂੰ ਫੀਡਬੈਕ ਦਿੰਦੇ ਹੋ ਸਾਡਾ ਦਿਲ ਕਰਦਾ ਹੋਰ ਤੁਹਾਡੇ ਨਾਲ ਗੱਲਾਂ ਸ਼ੇਅਰ ਕਰੀਏ, ਹੋਰ ਤੁਹਾਨੂੰ ਨਵੇਂ ਤੋਂ ਨਵੇਂ ਆਰਟਿਸਟ, ਫਨਕਾਰ ਤੁਹਾਨੂੰ ਮਿਲਵਾਈਏ। ਬਹੁਤ ਸ਼ੁਕਰੀਆ।